दरख्त ले लाओ। जी खुरम साहब, बताइए आपके हाथ में ये जो इंस्ट्रूमेंट है इसका क्या मकसद है और किस लिए इस्तेमाल होता है? जी मेरे हाथ में इस टाइम जो इंस्ट्रूमेंट आप देख रहे हैं इसका नाम है जी इनू कहते हैं फुल स्टॉप। बेसिकली यह भी जी ईजाद है, यह भी आस्ट्रेलिया के एक साइंसदान रिचर्ड उन्होंने ईजाद है। तो यदा मकसद की है इसका इन वैसे तो दो नाम लिखते हैं, फुल स्टॉप है तो दूसरा का नाम है वाटर डिटेक्टर। अच्छा यदा हुन बेसिक तुम जो मेरे हाथ से चीज़ देख रहे हो तुम एक कौन जी नज़र आ रही है, जैसे आम डीजल पाने कुप्पी भी जिम्मेदार कह सकता ये वो ना जी। यह जो सैट पूरा मिलता है ये दो इस तरह की कुप्पियाँ होंगियाँ, यह पूरा एक सिस्टम है उत्ते असी एक कह लो पाइप प्लास्टिक के पाइप उत्ते लगे हुए हैं, थले क्या कनैक्शन है। हुण ਇਹਦਾ मकसद काम की ਇਹਦਾ ਕੰਮ ਹੈਗਾ कि ਜਦੋਂ भी ਅਸੀਂ कोई फर्स्ट करो जिवें साडा हुण सीजन गुजरिया गंदम ਦਾ ਜਾਂ ਅਸੀਂ ਅੱਗੇ ਮਕਈ ਲਾਣੀ ਹੈ तो ਇਹਨੂੰ ਅਸੀਂ ਲਾ ਦਾਂਗੇ 1 ਫੁੱਟ ਦੇ ਉੱਤੇ ਖੱਡਾ ਮਾਰ ਕੇ, ਤੇ ਜਿਹੜਾ ਦੂਸਰਾ ਸੈੱਟ ਹੈ ਉਹ ਅਸੀਂ ਲਾ ਦਾਂਗੇ ਤਕਰੀਬਨ 2 ਫੁੱਟ ਦੇ ਉੱਤੇ ਖੱਡਾ ਮਾਰ ਕੇ। ਉੱਤੇ ਨੂੰ ਬਿਲਕੁਲ ਅਸੀਂ ਜਿਵੇਂ ਤੁਸੀਂ ਦੇਖ ਰਹੇ ਹੋਵੋਗੇ ਤੁਹਾਨੂੰ ਇਹ ਅਸੀਂ ਇਸੇ ਸੀਜ਼ਨ 'ਚ ਹੁਣ ਕੱਢਿਆ ਆਪਣਾ ਗੰਦਮ ਜਿਹਨੂੰ ਲਾਇਆ ਸੀ पूरा मिट्टी ਨਾਲ ਭਰ ਗਿਆ ਸੀ, यानी कि बिल्कुल ਇੱਥੋਂ तक मिट्टी ਨਾਲ चला ਜਾਂਦਾ अंदर चला जाता। सिर्फ उत्थे ਤੁਹਾਨੂੰ ਇਹ चीज़ नज़र आएगी, ज़ाहिर सरफेस ਤੋਂ नज़र आएगी। ਹੁਣ ਇਹਦਾ ਜਿਹੜਾ ਨਿਸ਼ਾਨ जी जी इत्थों तक ज़मीन 'ਚ चला जाएगा। हाँ जी हाँ जी बस ਇਹ ਸਭ ਬਾਹਰ ਰਹੇਗਾ। हाँ जी ठीक हो गया। ਇਹਦਾ ਕੀ ਫੰਕਸ਼ਨ है बस हाँ जी 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 अहमद साहब ਤੁਸੀਂ जरा हेल्प करो खुरम साहब। हाँ जी ताकि वो डेमोंस्ट्रेट जरा अच्छा हो जाए। मैं जुबैर को बुलाना चाह रहा कोई बात नहीं। नहीं मैं स्ट्रिपा मंगवानी है। जुबैर स्ट्रिपा लेके आओ, जुबैर पास कर स्ट्रिप। अच्छा ਅਸੀਂ ਜਦੋਂ ਇਹਨੂੰ ਅਸੀਂ ਜ਼ਮੀਨ 'ਚ ਇਹਨੂੰ ਗੱਡ ਦਿੰਦੇ ਹਾਂ, ਲੈਟ ਸੇ ਅਸੀਂ ਇੱਕ ਲਾ ਗੱਡ 1 ਫੁੱਟ ਦੇ ਉੱਤੇ, ਦੂਸਰਾ ਅਸੀਂ ਇਹਨੂੰ ਲਾ ਦਿੰਦੇ ਹਾਂ 2 ਫੁੱਟ ਨਾਲ ਤਕਰੀਬਨ ਅਸੀਂ ਲਾਵਾਂਗੇ ਐਵੇਂ 2 ਫੁੱਟ ਦਾ ਫਾਸਲਾ ਛੱਡ ਕੇ। ਹੁਣ ਇਹਦਾ ਕੰਮ ਕੀ ਹੈ, ਹੁਣ ਜ਼ਿਮੀਂਦਾਰ ਜਿਵੇਂ ਤੁਸੀਂ ਅਸੀਂ ਪਾਣੀ ਅਸੀਂ ਲਾਉਂਦੇ ਹਾਂ, ਅਸੀਂ ਪਾਣੀ ਫਲੱਡ ਇਰੀਗੇਸ਼ਨ ਕਰ ਦਿੱਤੀ। ਅਕਸਰ ਜਦੋਂ ਅਸੀਂ ਫਸਲ ਕੋਈ ਵੀ ਲਾਉਂਦੇ ਹਾਂ ਅਸੀਂ ਯੂਰੀਆ ਵੀ ਨਾਲ ਇਸਤੇਮਾਲ ਕਰਦੇ ਹਾਂ। ਯੂਰੀਆ ਬੇਸਿਕਲੀ ਕੀ ਹੈਗਾ, ਨਾਈਟ੍ਰੋਜਨ ਦੀ ਖਾਦ ਹੈ। ਅਸੀਂ ਨਾਈਟ੍ਰੋਜਨ ਆਪਣੀ ਜ਼ਮੀਨ ਨੂੰ ਦੇ ਰਹੇ ਹਾਂ। ਯੂਰੀਆ ਕਿਉਂਕਿ ਹੱਲ ਪਜ਼ੀਰ ਹੈ ਪਾਣੀ ਦੇ ਨਾਲ, ਅਸੀਂ ਯੂਰੀਆ ਦਾ ਜ਼ਿਮੀਂਦਾਰ ਛੱਟਾ ਪਹਿਲੇ ਦੇ ਦਿੰਦਾ, ਉੱਤੇ ਉਹਨੂੰ ਫਲੱਡ ਇਰੀਗੇਸ਼ਨ ਕਰ ਦਿੰਦਾ। ਫਲੱਡ ਇਰੀਗੇਸ਼ਨ ਕਰਨ ਤੋਂ ਬਾਅਦ 1 ਦਿਨ ਜਾਂ 2 ਦਿਨ ਤੋਂ ਬਾਅਦ ਕਰਨਾ ਉਹਨੇ ਕੀ ਹੈਗਾ, ਇਹਦੇ ਨਾਲ ਐਦਰ ਫੜਿਆ ਜੇ ਇਹ ਛੋਟਾ ਜਿਹਾ ਪਾਈਪ ਹੈ 7 ਉੱਤੇ ਰਹੇਗਾ। ਇੱਕ ਇਹਦੇ ਨਾਲ ਹੁੰਦੀ ਹੈ ਸਰਿੰਜ, ਉਹ ਮੈਂ ਤੁਹਾਨੂੰ ਹੁਣੇ ਦਿਖਾਣਾ ਵਾ। ਸਰਿੰਜ ਹੋ ਗਈ, ਅਸੀਂ ਇਹਦੇ ਨਾਲ ਸਰਿੰਜ ਲਾਵਾਂਗੇ। ਸਰਿੰਜ ਵੀ ਲਿਆਓ, ਹਾਂ ਜਲਦੀ ਲਿਆ ਕੇ ਸਰਿੰਜ ਲਾਵਾਂਗੇ ਅਤੇ ਅਸੀਂ ਉਸ ਸਰਿੰਜ ਵਿੱਚੋਂ ਜੋ ਇਹਦੇ ਅੰਦਰ ਪਾਣੀ ਇਕੱਠਾ ਹੋਇਆ ਉਹ ਅਸੀਂ ਪਾਣੀ ਲਵਾਂਗੇ, ਸੈਂਪਲ ਲਵਾਂਗੇ। ठीक है। ਪਾਣੀ ਕਿਸ ਤਰ੍ਹਾਂ ਦੇ ਵਿੱਚ ਆਏਗਾ ਕਿ ਜਦੋਂ ਤੁਸੀਂ ਫਲੱਡ ਇਰੀਗੇਸ਼ਨ ਕੀਤੀ ਹੈ, ਇਹ 1 ਫੁੱਟ ਤੇ ਲੱਗਾ ਹੋਇਆ ਪਾਣੀ ਨੇ ਥੱਲੇ ਜਦੋਂ ਜਾਣਾ ਪਾਣੀ ਦੇ ਅੰਦਰ ਵੀ ਆ ਜਾਏਗਾ। ਜਦੋਂ ਇਹਦੇ ਅੰਦਰ ਆ ਜਾਏਗਾ ਇਹ ਥੱਲੇ ਤੁਸੀਂ ਜਗ੍ਹਾ ਅਗਰ ਦਿਖਾ ਸਕਦੇ ਹੋ, ਇਹ ਥੱਲੇ ਕੌਣ ਜੀ ਬਣੀ ਹੋਈ, ਥੱਲੇ ਕੌਣ ਹੈ, ਇਹਦੇ ਅੰਦਰ ਇੱਕ ਖਾਸ ਕਿਸਮ ਦੀ ਰੇਤ ਅਸੀਂ ਪਾਈ ਹੋਈ ਹੈ, ਉਹ ਰੇਤ ਇਹਦੇ ਨਾਲ ਹੀ ਆਉਂਦੀ ਹੈ। ठीक है। ਉਹ ਬੇਸਿਕਲੀ ਰੇਤ ਫਿਲਟਰ ਹੈਗਾ, ਪਾਣੀ ਥੱਲੇ ਜਾਏਗਾ ਅਤੇ ਇਹਦੇ ਥਰੂ ਇਹ ਸਰਿੰਜ ਨਾਲ ਇਹ ਵੀ ਇਹਦੇ ਆਉਂਦੀ ਹੈ। ਅਸੀਂ ਇਹਦੇ ਨਾਲ ਹੀ ਇਹਨੂੰ ਇਸ ਤਰ੍ਹਾਂ ਕਰਕੇ ਅਤੇ ਇਹਨੂੰ ਮਤਲਬ ਕਿ ਅਸੀਂ ਇਸ ਤਰ੍ਹਾਂ ਸੈਂਪਲ ਲਵਾਂਗੇ। 1 ਫੁੱਟ ਦੇ ਉੱਤੋਂ ਪਾਣੀ ਦਾ ਸੈਂਪਲ ਆ ਜਾਏਗਾ। ਪਾਣੀ ਸੈਂਪਲ ਥੋੜ੍ਹਾ ਜਿਹਾ ਆਉਂਦਾ। ठीक है। ਉਸ ਤੋਂ ਬਾਅਦ ਸਾਡੇ ਕੋਲ ਇਹ ਸਟ੍ਰਿਪਾਂ ਇਹਦੇ ਨਾਲ ਆਈਆਂ ਨੇ, ਇਹ ਹੈਗੀਆਂ ਨਾਈਟ੍ਰੇਟ ਸਟ੍ਰਿਪਸ ਇਹਨੂੰ ਕਹਿੰਦੇ ਆ, ਨਾਈਟ੍ਰੇਟ ਟੈਸਟ ਵਾਸਤੇ ਨਾ, ਜਿਵੇਂ ਇੱਕ ਸਾਇਲ ਦੀਆਂ ਸਟ੍ਰਿਪਸ ਬਣੀਆਂ ਹੋਈਆਂ ਨੇ NPK वैल्यू। NPK ਹਾਂ। ਲੇਕਿਨ ਇਹਦੇ ਵਾਸਤੇ ਸਿਰਫ ਜੋ ਉਹਨੇ ਸਾਨੂੰ ਇਸ ਸੈੱਟ ਨਾਲ ਮਿਲਦੀਆਂ ਨੇ ਉਹ ਹੈਗੀ ਹੈ ਨਾਈਟ੍ਰੋਜਨ ਵਾਸਤੇ, ਨਾਈਟ੍ਰੇਟ ਵਾਸਤੇ ਨਾ। ਜਿਹੜਾ ਸੈਂਪਲ ਸਾਡੇ ਕੋਲ ਆਏਗਾ ਅਸੀਂ ਕੀ ਕਰਾਂਗੇ ਕਿ ਉਹ ਸੈਂਪਲ ਲੈ ਕੇ ਤੇ ਇਹ ਜਿਹੜੀ ਸਟ੍ਰਿਪ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੈਮਰੇ ਦੇ ਵਿੱਚ, ਇਹਨੂੰ ਜਸਟ ਹਲਕਾ ਜਿਹਾ ਉਹਦੇ 'ਚ ਡਿਪ ਕਰਾਂਗੇ। ਡਿਪ ਕਰਕੇ ਵਿਦਨ 1 ਮਿੰਟ ਇਹਦਾ ਕਲਰ ਜਿਹੜਾ ਨਾ ਉਹ ਚੇਂਜ ਹੋਣਾ ਸ਼ੁਰੂ ਹੋ ਜਾਏਗਾ। ठीक हो गया। ਇਹ ਕਲਰ ਦੇ ਵਿੱਚ ਉਹਨਾਂ ਨੇ ਦਿੱਤੀ ਹੋਈ ਹੈ, ਚਾਰਟ ਸਾਨੂੰ ਦਿੱਤਾ ਹੋਇਆ। ਇਹ ਅਸੀਂ ਇਹਦੇ ਨਾਲ ਮੈਚ ਕਰਾਂਗੇ ਕਿ ਸਾਡਾ ਕਲਰ ਕਿਹਦੇ ਨਾਲ ਜਾ ਰਿਹਾ ਹੈ। ਅਗਰ ਤੇ ਇਹ ਵਾਈਟ ਆ ਰਿਹਾ ਇਹਦਾ ਮਤਲਬ ਹੈ ਕਿ ਨਾਈਟ੍ਰੋਜਨ ਦੀ ਡੈਫੀਸ਼ੀਐਂਸੀ, ਨਾਈਟ੍ਰੋਜਨ ਬੜੀ ਘੱਟ ਹੈ। ठीक है। ਅਗਰ ਇਹ 50 ਤੋਂ 100 ਦੇ ਦਰਮਿਆਨ ਕਲਰ ਆ ਰਿਹਾ ਇਹਦੇ ਨਾਲ ਮੈਚ ਕਰ, ਇਹਦਾ ਮਤਲਬ ਕਿ ਸਫੀਸ਼ੀਐਂਟ ਨਾਈਟ੍ਰੋਜਨ ਇਜ਼ ਅਵੇਲੇਬਲ ਇਨ ਦਾ ਸੋਇਲ। ठीक हो गया। ਅਤੇ ਅਗਰ ਇਹ ਜਾ ਰਿਹਾ ਰੰਗ ਤੇਜ਼ ਹੋ ਗਿਆ ਅਤੇ ਇਹਦਾ ਮਤਲਬ ਹੈ ਕਿ ਇਹ ਜ਼ਿਆਦਾ ਉਹਦੀ ਯਾਨੀ ਕਿ ਜ਼ਰੂਰਤ ਤੋਂ ਜ਼ਿਆਦਾ ਨਾਈਟ੍ਰੋਜਨ ਅਸੀਂ ਉਹਨੂੰ ਦੇਤੀ ਜਾਂ ਉਹਦੀ ਜ਼ਮੀਨ 'ਚ ਸ਼ਾਮਲ ਹੈ। ਅੱਛਾ ਇਹਦੇ ਨਾਲ ਅਸੀਂ ਇੱਕ ਚੀਜ਼ ਤਾਂ ਸਾਨੂੰ ਮਾਲੂਮ ਹੋ ਗਈ ਸਾਡੀ ਨਾਈਟ੍ਰੋਜਨ ਕਿੰਨੀ ਹੈ। ठीक है। ਸੇਮ ਪ੍ਰੈਕਟਿਸ ਮੈਂ ਕਰਾਂਗਾ, ਜ਼ਿੰਮੇਦਾਰ ਕਰੇਗਾ ਜਿਹੜਾ ਅਸੀਂ ਦੂਜਾ ਕਿੰਨੇ ਲਾਇਆ 2 ਫੁੱਟ ਦੇ ਉੱਤੇ। ठीक। ठीक। ਅਗਰ ਤੇ 2 ਫੁੱਟ ਦੇ ਉੱਤੋਂ ਪਾਣੀ ਦਾ ਸੈਂਪਲ ਨਿਕਲ ਆਇਆ, ਤੁਸੀਂ ਉਹਨੂੰ ਮੈਚ ਕਰ ਲਿਆ, ਰੰਗ ਵੀ ਕੋਈ ਨਿਕਲ ਆਇਆ, ਇਹਦਾ ਕੀ ਮਤਲਬ ਹੈ ਕਿ ਅਸੀਂ ਨਤੀਜਾ ਅਖਜ਼ ਕੀਤਾ। ਇਹਦਾ ਅਸੀਂ ਇਹ ਨਤੀਜਾ ਅਖਜ਼ ਕੀਤਾ ਕਿ ਗੰਦਮ ਮੈਂ ਅੱਜ ਬੀਜੀ ਸੀ, ਪਹਿਲੀ ਇਰੀਗੇਸ਼ਨ ਮੈਂ 20 ਦਿਨਾਂ ਬਾਅਦ ਕਰ ਰਿਹਾ ਵਾਂ। ਉਹਦਾ ਮੈਂ ਨਾਈਟ੍ਰੋਜਨ ਪੂਰਾ ਮੈਂ ਲੜ ਝਗੜ ਕੇ ਯੂਰੀਆ ਦੀ ਖਾਦ ਲਈ ਉਹਨੂੰ ਮੈਂ ਛੱਟਾ ਦਿੱਤਾ, ਦਬਾ ਕੇ ਇਰੀਗੇਸ਼ਨ ਮੈਂ ਕੀਤੀ।
ਸੈਂਪਲ ਨਿਕਲ ਆਇਆ 2 ਫੁੱਟ ਤੋਂ, ਸੈਂਪਲ ਵੀ ਨਿਕਲ ਆਇਆ, ਉਹਨੇ ਰੰਗ ਵੀ ਸ਼ੋਅ ਕਰਤਾ। ਇਹਦਾ ਇਹ ਮਤਲਬ ਨਿਕਲ ਆਇਆ ਕਿ ਜਿਹੜੀ ਅਸੀਂ ਯੂਰੀਆ ਖਾਦ ਪਾਈ ਸੀ ਉਹ ਲੀਚ ਕਰ ਗਈ। ਤੁਹਾਡੀ ਫਸਲ ਹਾਲੀ ਹੈਗੀ ਸੀ ਸਿਰਫ 5 ਦਿਨਾਂ ਦੀ, ਉਹਦੀ ਰੂਟਸ ਹੈਗੇ ਸਨ ਇੰਤਹਾਈ 1 ਜਾਂ 2 ਇੰਚ ਸ਼ਾਇਦ ਨਿਕਲੀਆਂ ਹੋਣਗੀਆਂ। ਉਹਨੇ ਆਪਣੀ ਰੂਟ ਜ਼ੋਨ ਦੇ ਵਿੱਚ ਹੀ ਰਹਿਣਾ ਸੀ, ਉੱਥੋਂ ਨੇ ਖੁਰਾਕ ਲੈਣੀ ਸੀ। ਲੇਕਿਨ ਜਿਹੜੀ ਜ਼ਿੰਮੇਦਾਰ ਨੇ, ਜਿਹੜੀ ਤੁਸੀਂ ਨੇ ਮਿਹਨਤ ਨਾਲ ਯੂਰੀਆ ਦਿੱਤਾ, ਖਰਚਾ ਤੁਸੀਂ ਕੀਤਾ, ਉਹ ਲੀਚ ਡਾਊਨ ਕਰਕੇ 2 ਫੁੱਟ 'ਚ ਚਲਾ ਗਿਆ। ਜ਼ਿੰਮੇਦਾਰ ਤਸੱਲੀ ਕਰ ਗਿਆ, ਲੋ ਜੀ ਮੈਂ ਤੇ 4 ਯੂਰੀਆ ਦਿੱਤੇ ਸਨ, ਮੈਂ ਹਰ ਪਾਣੀ ਨਾਲ ਯੂਰੀਆ ਦੇ ਦਿੱਤਾ, ਮੈਂ ਤੇ ਰਿਕੁਆਇਰਮੈਂਟ ਪੂਰੀ ਕੀਤੀ। ਲੇਕਿਨ ਇਨਵਿਜ਼ੀਬਲੀ ਉਹ ਪੌਦੇ ਨੂੰ ਨਹੀਂ ਗਈ। ਕਿਉਂ ਨਹੀਂ ਗਈ? ਕਿ ਜਿਹੜਾ ਅਸੀਂ ਸਾਡੀਆਂ ਜਿਹੜੀ ਪ੍ਰੈਕਟਿਸਿਸ ਹੈਗੀਆਂ ਨੇ ਆਪਣੀਆਂ ਇਹਦੀਆਂ ਪਾਣੀ ਲਾਉਣ ਦੀਆਂ, ਕਿ ਇਹ ਬੇਸਿਕਲੀ ਜਿਹੜਾ ਸਾਡਾ ਟੂਲ ਹੈ ਸਾਨੂੰ ਇਸ ਚੀਜ਼ ਨੂੰ ਇਹ ਦੱਸਦਾ ਕਿ ਜਿਹੜਾ ਅਸੀਂ ਖਾਦ ਇਸਤੇਮਾਲ ਕਰ ਰਹੇ ਹਾਂ ਜਾਂ ਜਿਹੜਾ ਅਸੀਂ ਪਾਣੀ ਲਾ ਰਹੇ ਹਾਂ ਉਹ ਸਾਡਾ ਕਿੱਥੋਂ ਤੱਕ ਜਾ ਰਿਹਾ, ਕਿਆ ਸਾਡਾ ਉਹ ਫਾਇਦੇਮੰਦ ਹੈ ਜਾਂ ਸਾਡਾ ਨੁਕਸਾਨਦੇਹ। ਫਾਇਦੇਮੰਦ ਉਦੋਂ ਤੱਕ ਕਿ ਜਿੱਥੇ ਸਾਡੀ ਰੂਟਸ ਨੇ ਵਿਦਨ 1 ਫੁੱਟ ਸਾਡੇ ਵਾਸਤੇ ਖਾਦ ਵੀ ਫਾਇਦੇਮੰਦ ਹੈ, ਪਾਣੀ ਵੀ ਫਾਇਦੇਮੰਦ ਹੈ। 1 ਫੁੱਟ ਤੋਂ ਬਾਅਦ ਉਹ ਸਾਡੇ ਵਾਸਤੇ ਬਿਲਕੁਲ ਸਾਡਾ ਨੁਕਸਾਨ ਹੈ, ਜ਼ਮੀਨ ਪੌਦੇ ਨੂੰ ਕੋਈ ਫਾਇਦਾ ਨਹੀਂ। ਤੇ ਇਹ ਬੇਸਿਕਲੀ ਟੂਲ ਹੈਗਾ ਫੁੱਲ ਸਟਾਪ। ਜਿੱਦਾਂ ਰਾਈਸ ਔਰ ਵੀਟ ਦੋਨਾਂ ਲਈ ਸਰ ਇਹਦਾ ਕਿਸੇ ਵੀ ਫਸਲ ਨਾਲ ਨਹੀਂ, ਇਹ ਅਸੀਂ ਡਿਟੈਕਟਰ ਹੈਗਾ ਬੇਸਿਕਲੀ। ਇਹਨੂੰ ਅਸੀਂ ਬੈਰਨ ਲੈਂਡ 'ਤੇ ਵੀ ਲਾ ਕੇ ਪਾਣੀ ਲਾਵਾਂਗੇ ਦੇਣਾ, ਸਾਨੂੰ ਉਹਦਾ ਵੀ ਡਾਟਾ ਦੇ ਦੇਣਾ ਇਰਰਿਸਪੈਕਟਿਵ ਕਿ ਯਾਨੀ ਹਰ ਕਰਾਪ ਇਹਨੂੰ ਅਸੀਂ ਆਰਚਰ 'ਚ ਵੀ ਇਸਤੇਮਾਲ ਕਰ ਸਕਦੇ ਹਾਂ, ਮਤਲਬ ਮਲਟੀਪਲ ਮਤਲਬ ਕਿਸੇ ਵੀ ਕਰਾਪ ਵਾਸਤੇ ਅਸੀਂ ਇਹਨੂੰ ਇਸਤੇਮਾਲ ਕਰ ਸਕਦੇ ਹਾਂ। ਇਹ ਜਿਹੜਾ ਸਟਿਲ ਤੁਹਾਡੇ ਕੋਲ ਇੰਪੋਰਟਡ ਹੀ ਹੈ ਜਾਂ ਇਹਨੂੰ ਵੀ ਇੰਡੀਜਨਾਈਜ਼? ਇਹ ਇੰਪੋਰਟਡ ਹੀ ਹੈ ਸਰ, ਇਹ ਹਾਲੀ ਇਹ ਵੀ ਜਸਟ ਆਸਟ੍ਰੇਲੀਆ ਤੋਂ ਹੀ ਸਾਨੂੰ ਉਹ ਜਿਹੜੇ VIA ਜੀ ਸਰ ਉਹਦੇ ਤੇ ਇਹਦਾ ਪਿਆ ਇਹਦੀ ਕੀਮਤ ਵੀ ਪਈ ਹੈ ਜੀ। ਇਹ ਸਿੰਪਲ ਹੈਗਾ ਇਹਦੀ ਸੇਫਟੀ ਵਾਸਤੇ, ਕਿਉਂਕਿ ਇਹ ਸਰਫੇਸ ਉੱਤੇ ਪਾਈਪ ਰਹਿੰਦਾ ਤਾਂ ਕਿ ਉਹ ਕਲਾਗਿੰਗ ਨਾ ਹੋ ਜਾਏ, ਪਾਈਪ ਬੰਦ ਨਾ ਹੋ ਜਾਏ। ਇਹਨੂੰ ਬੰਦ ਕਰਕੇ ਤੇ ਜਸਟ ਇਹਨੂੰ ਅਸੀਂ ਐਵੇਂ ਕਰ ਦਾਂਗੇ। ਅੱਛਾ, ਹੁਣ ਇਸ਼ੂ ਇਹ ਹੈ ਕਿ ਇਸ ਵੇਲੇ ਜਿਹੜੀ ਹੈ ਯੂਰੀਆ ਦੀ ਜਿਹੜੀ ਫਰਟੀਲਾਈਜ਼ਰ ਯੂਜ਼ ਐਫੀਸ਼ੀਐਂਸੀ ਹੈ ਉਹ ਹੈ 1/3 30% ਲੈਸ ਦੈਨ, ਯਾਨੀ 1 ਬੈਗ ਯੂਰੀਆ ਦਾ ਜ਼ਿਮੀਦਾਰ ਜਿਹੜਾ ਦਿੰਦਾ ਹੈ ਉਹ ਜਿਸ ਤੋਂ ਵੀ ਲੈਂਦਾ ਹੈ 2000 ਦਾ ਮਿਲਦਾ ਹੈ, ਕਿੰਨੇ ਦਾ ਮਿਲਦਾ ਹੈ, ਸਿਰਫ ਕਰਾਪ ਜਿਹੜੀ ਹੈ 600 ਰੁਪਏ ਦੀ ਯੂਰੀਆ ਯੂਜ਼ ਕਰ ਰਹੀ ਹੈ। ਜਿਹੜੀ ਬਾਕੀ 1400 ਰੁਪਈਆ ਜਾਂ 1500 ਰੁਪਈਆ ਹੈ ਉਹ ਜਾਂ ਲੀਚ ਡਾਊਨ ਕਰ ਜਾਂਦਾ ਹੈ ਜਾਂ ਵੈਪੋਰੇਟ ਕਰ ਜਾਂਦਾ ਹੈ ਜਾਂ ਵੋਲਾਟਾਈਜ਼ ਕਰ ਜਾਂਦਾ ਹੈ ਜਾਂ ਫਿਰ ਉਹਨੂੰ ਉੱਤੇ ਜੜੀ ਬੂਟੀਆਂ ਖਾਂਦੀਆਂ ਨੇ। ਸੋ ਇਸ ਲਈ ਜਿਹੜੀ ਹੈ ਨਾ ਇਹ ਟੂਲ ਇਹ ਕਿਤਨੀ ਕੀਮਤ ਹੋਏਗੀ ਜਿਸ ਵੇਲੇ ਇਹਨਾਂ ਦਾ ਅਗਰ ਉੱਥੋਂ ਲਈਏ? ਬੜਾ ਸਿੰਪਲ ਹੈ, ਇਹਦੇ 'ਚ ਕੈਮਲਿਆਨ ਦੀ ਨਿਸਬਤ ਇਹ ਬਹੁਤ ਸਿੰਪਲ ਹੈ, ਸਿੰਪਲ ਸਮਾਰਟ। ਇਸ ਦੇ ਉੱਤੇ ਇਹਦੇ ਜਿਹੜਾ ਹੈਗਾ ਨਾ ਇੱਕ ਚੀਜ਼ ਜਿਹੜੀ ਉਹਨੇ ਦਿੱਤੀ ਉਹ ਹੈ ਕਿ ਰੇਤ ਜਿਹੜੀ ਸੈਂਡ ਇਸਤੇਮਾਲ ਹੁੰਦੀ ਹੈ ਨਾ ਉਹ ਕੋਈ ਖਾਸ ਆਮ ਸੈਂਡ ਨਹੀਂ ਹੈਗੀ ਵਾਲੀ। ਅੱਛਾ, ਮੇਰੀ ਇਹ ਸੁਜੈਸ਼ਨ ਹੈ ਕਿ ਇਸ ਵੇਲੇ ਜਿਹੜਾ ਸਾਡਾ ਇਹ ਸਾਵੀ ਦਾ ਔਰ ਇਹਦਾ ਸਾਡਾ ਪ੍ਰੋਗਰਾਮ ਹੈ, ਅਸੀਂ ਹੁਣ ਇਹਦੇ 'ਚ ਅਸੀਂ ਤੁਹਾਨੂੰ ਸਪੀਡੀ ਸਾਇਲ ਟੈਸਟਿੰਗ ਕਿੱਟ ਵੀ ਤੁਸੀਂ ਦੇਖੀ ਹੋਏਗੀ, ਜਿਹੜੀ ਉਹ ਇਸੇ ਤਰ੍ਹਾਂ ਦੀ ਉਹੀ ਚੀਜ਼ਾਂ ਕਰਦੇ ਨੇ ਯੂਜ਼, ਉਹੀ ਰੀਜੈਂਟਸ, ਉਹੀ ਜਿਹੜੀਆਂ ਨੇ ਜਨਰਲ ਸੋਲੂਸ਼ਨ, pH ਸੋਲੂਸ਼ਨ, ਉਹੀ ਸਾਸ਼ੇ NPK ਦੇ ਔਰ ਉਹ ਯੂਜ਼ ਕਰਦੇ ਨੇ। ਉਹ ਲੋਕ ਬੱਚੀਆਂ US ਡਿਪਾਰਟਮੈਂਟ ਆਫ ਐਗਰੀਕਲਚਰ ਦੀ ਅਪਰੂਵਡ ਹੈ, ਟੈਕਸਸ ਹਰ ਜਗ੍ਹਾ ਉਹ ਇਸਤੇਮਾਲ ਕਰ ਰਹੇ ਨੇ। ਇੱਥੇ ਅੱਜ ਕੱਲ੍ਹ ਰਿਲੈਕਟੈਂਟ ਨੇ ਲੋਕ, ਆਈ ਡੋਂਟ ਨੋ ਵਾਈ। ਇਸ ਲਈ ਅਸੀਂ ਚਾਹਾਂਗੇ ਕਿ ਇਹ ਸਿੰਪਲ ਜਿਹੜੇ ਇਕਵਿਪਮੈਂਟ ਨੇ ਇਹ ਇੱਥੇ ਕਰਕੇ ਫਾਰਮਰਸ ਫੀਲਡ ਦੇ ਉੱਥੇ ਜਿਹੜਾ ਸਾਡਾ ਜ਼ੈਦੀ ਫਾਰਮ ਦੇ ਉੱਤੇ ਅਸੀਂ ਐਸੇ ਸੀਜ਼ਨ 'ਚ ਉਹਨਾਂ ਨੂੰ ਦਸੀਏ ਕਿ ਮੈਂ ਅਗਰ ਇਹ ਫਰਟੀਲਾਈਜ਼ਰ ਇਸ ਤਰੀਕੇ ਨਾਲ ਅਪਲਾਈ ਕੀਤੀ ਹੈ ਉਹਦੀ ਰਿਕੁਆਇਰਮੈਂਟਸ ਦੇ ਮੁਤਾਬਕ, ਮੇਰੀ ਲੀਚਿੰਗ ਯਾਨੀ ਫਰਟੀਲਾਈਜ਼ਰ ਦੀ ਜਿਹੜੀ ਯੂਜ਼ ਐਫੀਸ਼ੀਐਂਸੀ ਹੈ ਉਹ 1/3 ਯਾਨੀ 30% ਤੋਂ ਉਹ 70% ਤੇ ਚਲੀ ਗਈ। ਇਹਨਾਂ ਨੂੰ ਅਸੀਂ ਲੈ ਕੇ ਜਾਣਾ, ਇਹਦੀ ਇੰਡੀਜਨਾਈਜੇਸ਼ਨ ਵੀ, ਇਹਦੀ ਲੋਕਲ ਫੈਬਰੀਕੇਸ਼ਨ ਵੀ, ਪਲੱਸ ਇਹਨਾਂ ਨੂੰ ਫਾਰਮਰਸ ਕੰਡੀਸ਼ਨ ਤੇ ਅਸੀਂ ਟੈਸਟ ਕਰਨਾ। ਬਹੁਤ ਇਹ ਬੜਾ ਸਾਡੇ ਲਈ ਬਹੁਤ ਅੱਛੀ ਇਨਫੋਰਮੇਸ਼ਨ ਸੀ।